ਤੁਸੀਂ ਦੇਖ ਰਹੇ ਹੋ ਬਾਬੂਸ਼ਾਹੀ। ਮੈਂ ਹਾਂ ਤੁਹਾਡਾ ਦੋਸਤ ਗੁਰਪ੍ਰੀਤ ਸਿੰਘ। ਜੂਨ ਦਾ ਮਹੀਨਾ ਜਿੱਦਾਂ ਹੀ ਸਟਾਰਟ ਹੁੰਦਾ ਹੈ ਉਸ ਤੋਂ ਬਾਅਦ ਲਗਾਤਾਰ ਹੀ ਸਿੱਖਾਂ ਦੇ ਸੈਂਟੀਮੈਂਟਸ ਜਿਹੜੇ ਨੇ ਉਹ ਵੱਧ ਚੜ੍ਹ ਕੇ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ। ਜੇਕਰ ਗੱਲ ਕੀਤੀ ਜਾਵੇ 6 ਜੂਨ ਦੀ ਤਾਂ ਉਸ ਸਮੇਂ ਦਾ ਹੋਏ ਘੱਲੂਘਾਰੇ ਨੂੰ ਵੇਖ ਕੇ ਅੱਜ ਵੀ ਸਿੱਖਾਂ ਦੇ ਹਿਰਦੇ ਉਵਲੁੰਦਰ ਜਾਂਦੇ ਨੇ। ਜੇਕਰ ਗੱਲ ਕੀਤੀ ਜਾਵੇ ਜੋ ਆਈ ਵਿਟਨੈਸ ਨੇ ਜਾਂ ਉਸ ਸਮੇਂ ਦੇ ਸਾਕੇ ਨੂੰ ਪਿੰਡੇ ਤੇ ਹੰਡਾਉਣ ਵਾਲੇ ਕਈ ਨੌਜਵਾਨ ਅਤੇ ਕਈ ਉਸ ਵੇਲੇ ਦੇ ਬਜ਼ੁਰਗ ਜਿਹੜੇ ਸੀਗੇ ਉਹ ਵੀ ਅੱਜ ਜ਼ਿੰਦਾ ਨੇ ਅਤੇ ਗੱਲਬਾਤ ਜਿਹੜੀ ਆ ਉਹ ਕਰਦੇ ਨੇ ਤੇ ਉਹਨਾਂ ਦੇ ਜਿਹੜੇ ਹਿਰਦੇ ਨੇ ਉਹ ਜ਼ਰੂਰ ਵਲੁੰਦਰਦੇ ਹੋਏ ਨਜ਼ਰ ਆਉਂਦੇ ਨੇ। ਸਾਡੇ ਨਾਲ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਮੌਜੂਦ ਨੇ, ਉਸ ਸਮੇਂ ਦੇ ਆਈ ਵਿਟਨੈਸ ਨੇ। ਕੀ ਹੋਇਆ ਸੀਗਾ ਇਸ ਬਾਬਤ ਜਾਣਕਾਰੀ ਵੀ ਲੈਵਾਂਗੇ ਤੇ ਨਾਲੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ 6 ਜੂਨ ਤੱਕ ਕੀ ਜਿਹੜਾ ਸੀਗਾ ਉੱਥੇ ਜਿਹੜਾ ਕਾਰਾ ਹੋਇਆ ਸੀਗਾ ਉਹ ਕੀ ਸੀਗਾ। ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਫੈਸਰ ਸਾਹਿਬ ਜਦੋਂ ਵੀ 6 ਜੂਨ ਦਾ ਦਿਨ ਨਜ਼ਦੀਕ ਆਉਂਦਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਹਰੇਕ ਵਿਅਕਤੀ ਹਰੇਕ ਸਿੱਖ ਜੋ ਨਾਨਕ ਲੇਵਾ ਸੰਗਤ ਹੈ ਉਹਨਾਂ ਦੇ ਅੱਖਾਂ ਦੇ ਵਿੱਚ ਹਮੇਸ਼ਾ ਅੱਥਰ ਹੁੰਦੇ ਨੇ। ਕੀ ਹੋਇਆ ਸੀਗਾ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਔਰ ਕਿਉਂ ਨਹੀਂ ਸਿੱਖ ਕੌਮ ਜਿਹੜੀ ਆ ਇਸ ਦਿਨ ਨੂੰ ਭੁੱਲ ਪਾਦੀ? ਕੁਛ ਸਾਕੇ ਇਸ ਪ੍ਰਕਾਰ ਦੇ ਨੇ ਜਿਹੜੇ ਕਿ ਭੁਲਾਏ ਨਹੀਂ ਜਾ ਸਕਦੇ। ਉਹ ਖਾਸ ਤੌਰ ਤੇ ਜੇਕਰ ਮੈਂ ਗੱਲ ਕਰਾਂ ਕਿ ਜੂਨ 1984 और भारतीय हुकूमत भारतीय फौज और उस फौज दे विच एक बहुत वड्डा नंबर सिख फौजियां दा और वो सिख फौजी जिन्हां ने कि 62 की लड़ाई विच पाकिस्तान चाइना दे नाल 65 की लड़ाई विच पाकिस्तान 71 की लड़ाई विच पाकिस्तान अते कारगिल की लड़ाई इन्हां लड़ाइयां दे विच एक बहुत वड्डी भूमिका अदा कीती होए। और तुहानूं याद होएगा जिस वेले कि किसी फौजी नूं जिस वेले फौज दे विच भर्ती किया जाता है तां सिख फौजी नूं उहदे धर्म की सौं चुकाई जाती है। वो धर्म की सौं चुकदा है कि मैं देश के प्रति वफादार रवांगा। भाव कहण दा कि जदों सौं चुकदा है देश के प्रति वफादार रहण दी, इहदा मतलब जिस चीज़ की सौं चुकी जा रही है वो वड्डी है, देश नालों वड्डी है, तां ही तां उहदी सौं चुकी जा रही है। तो जिस वेले भारत की फौज दरबार साहब के उत्ते 1984 हमला करती है तो स्वाभाविक गल है कि ना केवल सिख फौजी बल्कि हर सिख गुरु नानक नाम लेवा गुरु गोबिंद सिंह का सिख गुरु ग्रंथ साहिब नूं मनण वाला सिख नैचुरली ਉਹਦੇ ਵਿੱਚ एक रिएक्शन होएगा। एक स्वाभाविक है जिस चीज़ की सौं चुकी जा रही है वो चीज़ ही खतरे च है। ठीक है, वो चीज़ ही खतरे च है। देश नंबर 2 ते आंदा है, वो चीज़ पहला है क्योंकि उसकी सौं चुकी गई है। इट्स ए वेरी सिंपल टू अंडरस्टैंड, करेक्ट। तो भारतीय फौज ने वो हमला किया और उस हमले दे विच जिहड़ा है अगे किहनूं लगाया गया ਲੈਫਟੀਨੈਂਟ ਜਨਰਲ ਜਿਹੜੇ ਸੀਗੇ ਸਰਦਾਰ ਰਣਜੀਤ, ਫਿਰ ਬਰਾੜ ਉਹ ਵੀ ਸਿੱਖ, ਹੋਰ ਰਾਸ਼ਟਰਪਤੀ ਉਹ ਵੀ ਸਿੱਖ, ਬੂਟਾ ਸਿੰਘ ਉਹ ਵੀ ਸਿੱਖ, ਸਾਰੇ ਸਿੱਖ ਲਗਾਏ ਗਏ। ਹੁਣ ਤੁਸੀਂ ਸੋਚੋਗੇ ਯਾਰ ਜੇ ਸਿੱਖ ਅੱਗੇ ਲਗਾਏ ਗਏ ਤੇ ਮੈਂ ਪੁੱਛਦਾ ਕਿ ਜਿਸ ਵੇਲੇ ਮੁਗਲਾਂ ਦਾ ਰਾਜ ਸੀਗਾ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਸੁੱਚਾਨੰਦ ਹੁਣ ਸੁੱਚਾਨੰਦ ਜੇ ਵਜ਼ੀਰ ਖਾਨ ਦੀ ਕਚਹਿਰੀ 'ਚ ਹੈ ਤੇ ਇਹਦਾ ਮਤਲਬ ਹਿੰਦੂਆਂ ਦਾ ਰਾਜ ਸੋਨਾ ਹੈ। ਸਿਮਿਲਰਲੀ ਜਿਸ ਵੇਲੇ ਮੁਗਲਾਂ ਦੀ ਫੌਜਾਂ ਲੜਦੀਆਂ ਸੀ ਕਈ ਸੈਨਾਪਤੀ ਜਿਹੜੇ ਸੀਗੇ ਉਹ ਹਿੰਦੂ ਸੀਗੇ, ਉਹ ਹਿੰਦੂਆਂ 'ਤੇ ਅਤਿਆਚਾਰ ਕਰਦੇ ਸੀਗੇ। ਹਿੰਦੂ ਸੈਨਾਪਤੀ ਮੁਗਲਾਂ ਦੀ ਫੌਜ ਦੇ ਵਿੱਚ ਹਿੰਦੂਆਂ 'ਤੇ ਅਤਿਆਚਾਰ ਕਰਦੇ ਸੀਗੇ। ਰਾਜ ਕਿਹਦਾ ਸੀਗਾ? ਮੁਗਲਾਂ ਸੀਗਾ। ਹੁਣ ਰਾਜ ਸੀਗਾ ਉਸ ਵੇਲੇ ਕਾਂਗਰਸ ਦਾ। ਹੋਰ ਅਡਵਾਨੀ ਨੇ ਆਪਣੀ ਪੁਸਤਕ ਵਿੱਚ ਲਿਖਤਾ ਕਿ ਭਈ ਇਹਦੇ ਵਾਸਤੇ ਅਸੀਂ ਇੰਦਰਾ ਨੂੰ ਬਾਰ-ਬਾਰ ਜ਼ੋਰ ਪਾਇਆ ਸੀਗਾ, ਰਿਕਮੈਂਡ ਕੀਤਾ ਸੀਗਾ ਕਿ ਦਰਬਾਰ ਸਾਹਿਬ 'ਤੇ ਹਮਲਾ ਕਰੋ। ਭਾਵ ਕਹਿਣ ਦਾ ਕਿ ਐਸੀ ਸਿਚੁਏਸ਼ਨ ਬਣੀ ਕਿਉਂ? ਅਸੀਂ ਉਹ ਸਾਰਾ ਕੁਝ ਪਿੰਡੇ 'ਤੇ ਹੰਡਾਇਆ ਦੇਖਿਆ। ਮੈਂ ਸਮਝਦਾ कि 84 के बाद बहुत सारे आर्मी के जरनैलों ने इंडियन आर्मी जरनैलों ने
ਇਹ ਗੱਲ ਲਿਖਤੀ ਰੂਪ ਵਿੱਚ ਕਹੀ ਹੈ, ਆਪਣੀਆਂ ਡਿਬੇਟਸ ਵਿੱਚ ਕਹੀ ਹੈ ਕਿ ਬਈ ਦਰਬਾਰ ਸਾਹਿਬ ਤੇ ਫੌਜੀ ਹਮਲੇ ਦਾ ਸਾਡੇ ਕੋਲ ਕੋਈ ਵੀ ਹੋਰ ਆਲਟਰਨੇਟਿਵ ਸੀਗਾ, ਅਸੀਂ ਕਰ ਸਕਦੇ ਸੀਗੇ, ਆਲਟਰਨੇਟਿਵ ਲੱਭ ਸਕਦੇ ਸੀਗੇ। ਇਹ ਇੱਕ ਜਿਹੜਾ ਸੀਗਾ ਕਾਰਾ ਰੋਕਿਆ ਜਾ ਸਕਦਾ ਸੀਗਾ, ਇਹਨੂੰ ਟਾਲਿਆ ਜਾ ਸਕਦਾ ਸੀਗਾ। ਐਸਾ ਬਹੁਤ ਸਾਰੇ ਆਰਮੀ ਦੇ ਫੌਜੀਆਂ ਨੇ, ਜਨਰਲਾਂ ਨੇ ਇਹ ਗੱਲ ਬਾਅਦ ਦੇ ਵਿੱਚ ਆਪਣੀਆਂ ਪੁਸਤਕਾਂ ਲਿਖਤੀ ਰੂਪ ਵਿੱਚ ਕੀਤੀਆਂ ਨੇ। ਕਹਿਣ ਤੋਂ ਭਾਵ ਕਿ ਉਹ ਦਰਬਾਰ ਸਾਹਿਬ 'ਤੇ ਜਿਹੜਾ ਫੌਜੀ ਹਮਲਾ ਸੀਗਾ, ਉਸ ਫੌਜੀ ਹਮਲੇ ਨੇ ਜੂਨ 84 ਅੱਜ ਵੀ ਉਹ ਜ਼ਖਮ ਜਿਹੜੇ ਨੇ ਸਿੱਖਾਂ ਦੇ ਉੱਤੇ ਹੈਗੇ ਜੀ। ਹੋਰ ਉਹ ਇਹ ਨਹੀਂ ਕਿ ਜਿਹੜੀ ਜਨਰੇਸ਼ਨ ਤਾਂ 84 ਦੇ ਬਾਅਦ ਮਰ ਚੁੱਕੀ ਹੈ ਤੇ ਜਿਹੜੀ ਇਹਦੇ ਜਿੰਦੀ ਹੈ ਤੇ ਜਿਹੜੀ 84 ਦੇ ਬਾਅਦ ਜਨਮੀ ਹੈ, ਉਹਨਾਂ ਸਾਰਿਆਂ ਦੀ ਮਾਨਸਿਕਤਾ ਦੇ ਵਿੱਚ ਉਹ 84 ਜਿਹੜੀ ਹੈ ਉਹ ਨਿਕਲੀ ਨਹੀਂ। ਹੋਰ ਨਾ ਹੀ ਕੋਈ ਐਸੇ ਯਤਨ ਕੀਤੇ ਗਏ ਨੇ ਕਿ ਸਿੱਖਾਂ ਨੂੰ ਕਿਸ ਤਰੀਕੇ ਨਾਲ ਗਲਵਕੜੀ ਵਿੱਚ ਲਿਆ ਜਾਵੇ। ਹੁਣ ਮੈਂ ਗੱਲ ਕਰਦਾ ਹਾਂ ਕਿ ਇਹ ਜਿਹੜਾ 6 ਦਿਨ ਸੀਗੇ ਇਹ ਕਿਸ ਪ੍ਰਕਾਰ ਦੇ ਸੀਗੇ। ਉਹ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 1 ਤਰੀਕ ਨੂੰ ਇਹ ਹਮਲਾ ਸ਼ੁਰੂ ਹੋ ਜਾਂਦਾ ਹੈ, ਔਰ 1 ਤਰੀਕ ਤੋਂ ਪਹਿਲਾਂ ਹੀ ਘੇਰਾਬੰਦੀ ਜਿਹੜੀ ਸੀਗੀ ਉਹ ਸ਼ੁਰੂ ਹੋ ਜਾਂਦੀ ਹੈ ਦਰਬਾਰ ਸਾਹਿਬ ਦੀ। ਔਰ ਪੂਰੇ ਪੰਜਾਬ ਦੇ ਵਿੱਚ ਇੱਕ ਐਮਰਜੈਂਸੀ ਡਿਕਲੇਅਰ ਕਰਤੀ ਜਾਂਦੀ ਹੈ। ਰੇਲ ਗੱਡੀਆਂ ਬੰਦ ਕਰਤੀ ਜਾਂਦੀਆਂ ਨੇ, ਹਵਾਈ ਜਹਾਜ਼ ਬੰਦ ਕਰਤੇ ਜਾਂਦੇ ਨੇ, ਰੋਡ ਟਰਾਂਸਪੋਰਟ ਬੰਦ ਕਰਤੀ ਜਾਂਦੀ ਹੈ, ਟੈਲੀਫੋਨ ਸਾਰੇ ਬੰਦ ਕਰਤੇ ਜਾਂਦੇ ਨੇ, ਹਰ ਪ੍ਰਕਾਰ ਦੀ ਕਮਿਊਨੀਕੇਸ਼ਨਸ ਬੰਦ ਕਰਤੀ ਜਾਂਦੀਆਂ ਨੇ। ਔਰ ਪੱਤਰਕਾਰਾਂ ਨੂੰ ਕਹਿਤਾ ਜਾਂਦਾ ਤੁਸੀਂ ਕੋਈ ਰਿਪੋਰਟਿੰਗ ਨਹੀਂ ਕਰਨੀ। ਇੱਕ ਪ੍ਰਕਾਰ ਦੇ ਨਾਲ ਇੱਕ ਐਮਰਜੈਂਸੀ ਡਿਕਲੇਅਰ ਹੋ ਜਾਂਦੀ ਹੈ, ਮਾਰਸ਼ਲ ਲਾਅ ਲੱਗ ਜਾਂਦਾ ਹੈ, ਠੀਕ ਹੈ। ਔਰ ਉਹ ਸਾਰਾ ਕੰਟਰੋਲ ਆਰਮੀ ਦੇ ਹੱਥ ਵਿੱਚ ਆ ਜਾਂਦਾ ਹੈ, ਸਾਰਾ ਕੰਟਰੋਲ। ਸਿਵਲ ਐਡਮਿਨਿਸਟ੍ਰੇਸ਼ਨ ਨਾਮ ਦੀ ਚੀਜ਼ ਖਤਮ ਔਰ ਆਰਮੀ ਦੇ ਹੱਥ ਵਿੱਚ ਸਾਰਾ ਕੰਟਰੋਲ। 1 ਤਰੀਕ ਨੂੰ ਫਾਇਰਿੰਗ ਹੁੰਦੀ ਹੈ 12 ਸਾਢੇ 12 ਵਜੇ, ਔਰ ਉਹ CRPF ਐਂਡ BSF ਜਿਹੜੀ ਹੈ ਉਹ ਫਾਇਰਿੰਗ ਕਰਦੀ ਹੈ। ਔਰ ਇਹ ਵੇਖਣ ਵਾਸਤੇ ਕਰਦੀ ਹੈ ਕਿ ਬਈ ਇਹਨਾਂ ਕੋਲ ਕਿਸ ਪ੍ਰਕਾਰ ਦੇ ਹਥਿਆਰ ਨੇ, ਹਥਿਆਰਾਂ ਦਾ ਲੈਵਲ ਕੀ ਹੈ। ਔਰ ਉਸ ਵੇਲੇ ਜੋ ਫਾਇਰਿੰਗ ਹੁੰਦੀ ਹੈ ਤਕਰੀਬਨ 1 ਤਰੀਕ ਨੂੰ 8 ਘੰਟੇ ਦੇ ਲਗਭਗ ਉਹ ਫਾਇਰਿੰਗ ਚੱਲਦੀ ਹੈ। ਔਰ ਉਸ ਫਾਇਰਿੰਗ ਦੇ ਵਿੱਚ ਕੁਝ ਸੰਗਤਾਂ ਵੀ ਜਿਹੜੀਆਂ ਨੇ ਉਹ ਸ਼ਹੀਦ ਹੁੰਦੀਆਂ ਨੇ। ਔਰ ਮੋਰਚੇ 'ਤੇ ਬੈਠੇ ਹੋਏ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ 'ਤੇ ਬੈਠੇ ਹੋਏ ਭਾਈ ਮਹਿੰਗਾ ਸਿੰਘ ਬੱਬਰ ਸ਼ਹੀਦ ਹੁੰਦੇ ਨੇ। ਬੱਬਰ ਖਾਲਸਾ ਜਥੇਬੰਦੀ ਦੇ ਉਹ ਸਿੰਘ ਸੀਗੇ ਜੀ। ਉਹਨਾਂ ਦੀ ਸ਼ਹਾਦਤ, ਇਸ ਘੱਲੂਘਾਰੇ ਦੀ ਪਹਿਲੀ ਸ਼ਹਾਦਤ, 2 ਤਰੀਕ ਨੂੰ ਉਹਨਾਂ ਦਾ ਸੰਸਕਾਰ ਹੁੰਦਾ ਹੈ। ਔਰ ਉਹਦੇ ਬਾਅਦ 3 ਤਰੀਕ ਨੂੰ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੈ। ਹੁਣ ਭਾਰਤ ਦੀ ਹਕੂਮਤ ਨੂੰ ਤਾਂ ਪਤਾ ਹੈ ਕਿ ਇਹ ਸ਼ਹੀਦੀ ਦਿਹਾੜੇ ਦੀ ਕੀ ਮਹਾਨਤਾ ਹੈ, ਪੰਜਾਬ ਦੇ ਲੋਕ ਕੀ ਕਰਦੇ ਨੇ, ਥਾਂ ਥਾਂ 'ਤੇ ਛਬੀਲਾਂ ਲਗਾਉਂਦੇ ਨੇ। ਔਰ ਪੂਰੇ ਪੰਜਾਬ ਦੇ ਵਿੱਚ ਫੌਜ ਲਗਾਤੀ ਗਈ, ਪੂਰੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਾਤਾ ਗਿਆ। ਉਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਜਿਨ੍ਹਾਂ ਦੀ ਸ਼ਹਾਦਤ ਹੋਈ ਹੈ, ਔਰ ਉਹ ਸ਼ਹਾਦਤ ਵਿੱਚ ਜ਼ੁਲਮ ਦੇ ਖਿਲਾਫ, ਔਰ ਉਸ ਜ਼ੁਲਮ ਦੇ ਖਿਲਾਫ ਲੜਦੇ ਹੋਏ ਜਿਹੜਾ ਸੀਗਾ ਉਹ 10ਮ ਪਾਤਸ਼ਾਹ ਤੱਕ ਉਹ ਜ਼ੁਲਮ ਦਾ ਨਾਸ਼ ਕਰਤਾ ਗਿਆ। ਸੋ ਭਾਰਤ ਦੀ ਸਰਕਾਰ ਨੂੰ ਇਹ ਵੀ ਖਿਆਲ ਨਹੀਂ ਆਇਆ ਕਿ ਇਹ ਉਹ ਪੰਚਮ ਪਾਤਸ਼ਾਹ ਨੇ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ, ਤੇ ਉਸੇ ਦਿਹਾੜੇ 'ਤੇ ਜ਼ੁਲਮ ਹੋਰ ਵਧਾਇਆ ਜਾ ਰਿਹਾ, ਸਾਡੇ 'ਤੇ ਹੀ ਵਧਾਇਆ ਜਾ ਰਿਹਾ। ਕਿਆ ਅਜੀਬ ਜੀ ਗੱਲ। ਸੋ ਇਹ ਐਸਾ ਲੱਗਦਾ ਸੀਗਾ ਕਿ ਵੀ 65 ਦੇ ਵਿੱਚ ਪਾਕਿਸਤਾਨ ਨੇ ਦਰਬਾਰ ਸਾਹਿਬ 'ਤੇ ਹਮਲਾ ਨਹੀਂ ਕੀਤਾ। 71 ਵਿੱਚ ਪਾਕਿਸਤਾਨ ਦੀ ਫੌਜਾਂ ਨੇ ਦਰਬਾਰ ਸਾਹਿਬ 'ਤੇ ਕੋਈ ਬੰਬ ਨਹੀਂ ਸੁੱਟਿਆ, ਠੀਕ ਹੈ। ਕਾਰਗਿਲ ਦੀ ਲੜਾਈ ਵੇਲੇ ਕੋਈ ਐਸਾ ਨੁਕਸਾਨ ਨਹੀਂ ਹੋਇਆ। ਲੇਕਿਨ ਪੀਸ ਟਾਈਮ ਦੇ ਵਿੱਚ, ਪੀਸ ਟਾਈਮ ਨੂੰ ਮਾਰਸ਼ਲ ਲਾਅ ਦੇ ਵਿੱਚ ਕਨਵਰਟ ਕਰਕੇ, ਪੀਸ ਟਾਈਮ ਨੂੰ ਮਾਰਸ਼ਲ ਲਾਅ ਦੇ ਵਿੱਚ ਕਨਵਰਟ ਕਰਕੇ ਜਿਹੜਾ ਸੀਗਾ ਦਰਬਾਰ ਸਾਹਿਬ 'ਤੇ ਤੋਪਾਂ ਟੈਂਕਾਂ ਦੇ ਨਾਲ ਹਮਲਾ ਕਰਤਾ ਗਿਆ। ਮੇਰੇ ਖਿਆਲ ਮੁਤਾਬਕ ਜੇਕਰ ਕੋਈ ਹੋਰ ਫੌਜ ਹੁੰਦੀ ਤਾਂ ਅਸੀਂ ਕਹਿੰਦੇ ਬੇਗਾਨੇ ਨੇ ਆ ਕੇ, ਉਹਨਾਂ ਨੂੰ ਪਤਾ ਨਹੀਂ ਜੀ, ਉਹਨਾਂ ਨੂੰ ਰਸਮੋ ਰਿਵਾਜਾਂ ਦਾ ਨਹੀਂ ਪਤਾ, ਉਹਨਾਂ ਨੂੰ ਮਰਿਆਦਾ ਦਾ ਨਹੀਂ ਪਤਾ, ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਚਮ ਪਾਤਸ਼ਾਹ ਕੌਣ ਨੇ। ਲੇਕਿਨ ਭਾਰਤ ਦੀ ਸਰਕਾਰ ਨੂੰ ਸਭ ਪਤਾ ਹੈ। ਲੇਕਿਨ ਪ੍ਰੋਫੈਸਰ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 1 ਤਰੀਕ ਤੋਂ ਲੈ ਕੇ 3 ਤਰੀਕ ਤੱਕ ਜਿਹੜਾ ਤੁਸੀਂ ਸਾਕਾ ਦੱਸਦੇ ਪਿਓ, ਇਸ ਵਿੱਚ ਕੋਈ ਛੂਟ ਵੀ ਦਿੱਤੀ ਗਈ। ਫਿਰ ਕੋਈ ਜਿਵੇਂ ਤੁਸੀਂ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਸੀ, ਫਿਰ ਸਿੱਖਾਂ ਵੀ ਜਿਹੜੀ ਸੰਗਤਾਂ ਵੀ ਪਹੁੰਚੀਆਂ ਹੋਣਗੀਆਂ ਵੱਧ ਚੜ੍ਹ ਕੇ, ਕਿ ਉਹਨਾਂ ਨੂੰ ਵੀ ਬਾਅਦ 'ਚ ਨਿਸ਼ਾਨਾ ਬਣਾਇਆ ਗਿਆ ਸੀ ਉਸ ਵੇਲੇ? ਦੇਖੋ, ਸੰਗਤਾਂ ਪਹੁੰਚੀਆਂ 3 ਤਰੀਕ ਨੂੰ, ਮੈਂ ਵੀ ਉੱਥੇ ਸੀਗਾ ਜੀ। ਮੈਂ ਗਿਆ, ਮੈਂ ਜਨਰਲ ਸ਼ਬੇਕ ਸਿੰਘ ਨੂੰ ਵੀ ਮਿਲਿਆ, ਬਟ ਜਨਰਲ ਸ਼ਬੇਕ ਸਿੰਘ ਜੀ ਕਾਫੀ ਬਿਜ਼ੀ ਸੀਗੇ ਮੋਰਚੇਬੰਦੀ ਦੇ ਵਿੱਚ, ਕਿਉਂਕਿ ਉਹ ਇੱਕ ਆਰਮੀ ਦਿਮਾਗ ਸੀ, ਫੌਜੀ ਦਿਮਾਗ ਸੀਗਾ। ਫੌਜੀ ਦਿਮਾਗ ਜਿਹੜਾ ਨਾ ਬਹੁਤ ਛੇਤੀ ਅੰਦਾਜ਼ਾ ਲਗਾ ਲੈਂਦਾ ਹੈ
ਕਿ ਬਈ ਆਰਮੀ ਦੀ ਮੂਵਮੈਂਟ ਤੋਂ ਕਿ ਬਈ ਕੁਝ ਹੋਣ ਵਾਲਾ ਹੈ। ਅਸੀਂ ਸਿਵਿਲੀਅਨਸ ਹੈਗੇ ਹਾਂ, ਅਸੀਂ ਇੰਨੇ ਛੇਤੀ ਅੰਦਾਜ਼ਾ ਨਹੀਂ ਲਗਾ ਸਕਦੇ। ਲੇਕਿਨ ਮੈਂ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਸਿਰਫ ਮੇਰੇ ਨਾਲ ਉਸ ਦਿਨ ਫਤਿਹ ਦੀ ਸਾਂਝ ਹੋਈ ਹੈ ਜਨਰਲ ਸ਼ਬੇਗ ਸਿੰਘ ਦੇ ਨਾਲ, ਹੋਰ ਵੀ ਮੈਨੂੰ ਬਹੁਤ ਸਾਰੇ ਸਿੰਘ ਮਿਲੇ, ਲੇਕਿਨ ਇੱਦਾਂ ਲੱਗ ਰਿਹਾ ਸੀਗਾ ਕਿ ਵੀ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜਾ ਹੈ ਮੋਰਚੇਬੰਦੀ ਹੋ ਰਹੀ ਹੈ। ਲੇਕਿਨ ਇਸ ਗੱਲ ਦੀ ਤਾਂ ਇਲਮ, ਇਸ ਗੱਲ ਦਾ ਕਦੀ ਵੀ ਅਸੀਂ ਇਮੈਜਿਨ ਵੀ ਨਹੀਂ ਕੀਤਾ ਸੀਗਾ ਕਿ ਦਰਬਾਰ ਸਾਹਿਬ 'ਤੇ ਐਡੇ ਵੱਡੇ ਲਾਰਜ ਸਕੇਲ ਦੇ ਉੱਤੇ ਜਿਹੜਾ ਹੈ ਉਹ ਹਮਲਾ ਹੋਏਗਾ, ਆਰਮੀ ਵੀ ਆਏਗੀ, ਔਰ ਦੇ ਨੈਵਲ ਦੇ ਜਿਹੜੇ ਸੀਗੇ ਉਹ ਵੀ ਬੰਦੇ ਵੀ ਆਣਗੇ, ਏਅਰ ਫੋਰਸ ਵੀ ਇਸਤੇਮਾਲ ਕੀਤੀ ਜਾਏਗੀ, ਕਮਾਂਡੋਸ ਇਸਤੇਮਾਲ ਕੀਤੇ ਜਾਣਗੇ, ਟੈਂਕ ਆਣਗੇ, ਜ਼ਹਿਰੀਲੀ ਗੈਸਾਂ ਛੱਡੀਆਂ ਜਾਣਗੀਆਂ, ਔਰ ਨਿੱਕੇ ਨਿੱਕੇ ਦੁੱਧ ਚੁੰਗਦੇ ਬੱਚੇ ਜਿਹੜੇ ਨੇ ਉਹ ਵੀ ਗੋਲੀਆਂ ਨਾਲ ਮਾਰਤੇ ਜਾਣਗੇ। ਐਸਾ ਕਦੀ ਕਲਪਨਾ ਨਹੀਂ ਕੀਤੀ ਗਈ ਸੀਗੀ, ਐਸੀ ਕਦੀ ਖਿਆਲ ਨਹੀਂ ਕੀਤਾ ਗਿਆ ਸੀਗਾ, ਕਿਉਂਕਿ ਇਸ ਗੱਲ ਦਾ ਕਿਸੇ ਵੀ ਬੰਦੇ ਨੇ, ਈਵਨ ਸੰਤ ਜਰਨੈਲ ਸਿੰਘ ਖਾਲਸਾ ਦੇ ਜਿਹੜੇ ਨੇੜਲੇ ਬੰਦੇ ਨੇ ਜਿਹੜੇ ਬਚ ਗਏ, ਉਹਦੇ ਬਾਅਦ ਜਿਹੜੇ ਉੱਥੋਂ ਨਿਕਲ ਕੇ ਵੀ ਆ ਗਏ 5-6 ਤਰੀਕ ਨੂੰ, ਉਹਨਾਂ ਨਾਲ ਵੀ ਜਿਸ ਵੇਲੇ ਰਾਬਤਾ ਹੋਇਆ ਤੇ ਉਹ ਵੀ ਕਹਿੰਦੇ ਕਿ ਇਸ ਗੱਲ ਦਾ ਸਾਨੂੰ ਕਦੀ ਆਈਡੀਆ ਵੀ ਨਹੀਂ ਸੀਗਾ ਕਿ ਭਈ ਐਡੇ ਵੱਡੇ ਪੱਧਰ 'ਤੇ ਜਿਹੜਾ ਹੈ ਉਹ ਹਮਲਾ ਹੋਏਗਾ। ਸੋ ਪ੍ਰੋਫੈਸਰ ਸਾਹਿਬ ਹਮੇਸ਼ਾ ਮਿੱਥ ਇਹੀ ਲਗਾਈ ਜਾਂਦੀ ਆ ਕਿ ਸੰਤ ਜਰਨੈਲ ਸਿੰਘ ਖਾਲਸਾ ਹਮੇਸ਼ਾ ਕਹਿੰਦੇ ਸਨ ਕਿ ਅਗਰ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਏਗਾ ਤਾਂ ਉਹਦਾ ਜਵਾਬ ਦਿੱਤਾ ਜਾਏਗਾ। ਕੀ ਲੱਗਦਾ ਸੀਗਾ ਕਿ ਪਹਿਲੋਂ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਸੀ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਤੁਸੀਂ ਜਾਂਦੇ ਰਹੇ ਹੋ, ਤੁਸੀਂ ਸੰਤਾਂ ਨੂੰ ਵੀ ਮਿਲੇ ਹੋ, ਤੁਸੀਂ ਜਨਰਲ ਸ਼ਬੇਗ ਸਿੰਘ ਹੁਣਾਂ ਨੂੰ ਵੀ ਮਿਲੇ ਹੋ, ਤੁਸੀਂ ਮੁਲਾਕਾਤ ਵੀ ਉਹਨਾਂ ਦੀ ਕਰਾਈ, ਕਦੀ ਤੁਹਾਨੂੰ ਲੱਗਾ ਸੀਗਾ ਕਿ ਸੰਤਾਂ ਲਾਗੇ ਬੈਠ ਕੇ ਕਿ ਯਾਰ ਆਹ ਚੀਜ਼ ਜਿਹੜੀ ਹੈ ਹੋ ਰਹੀ ਹੈ, ਜਾਂ ਸੰਤਾਂ ਨਾਲ ਵਿਚਾਰ ਕੀਤਾ ਗਿਆ ਹੋਵੇ ਕਿ ਹਾਂਜੀ ਸੰਤ ਜੀ ਆਹ ਚੀਜ਼ ਇੱਦਾਂ ਬਾਹਰ ਮਿੱਥ ਨਜ਼ਰ ਆ ਰਹੀ ਹੈ ਕਿ ਅਟੈਕ ਹੋ ਸਕਦਾ, ਕਦੀ ਤੁਹਾਨੂੰ ਲੱਗਾ ਸੀਗਾ, ਕਿਉਂਕਿ ਤੁਸੀਂ ਉਹਨਾਂ ਨੂੰ ਮਿਲੇ ਵੀ ਸੀਗੇ 2 ਵਾਰ? ਦੇਖੋ, ਇਸ ਗੱਲ ਦੀਆਂ ਕਈ ਵਾਰ ਇਹ ਗੱਲਾਂ ਜ਼ਰੂਰ ਹੁੰਦੀਆਂ ਸੀਗੀਆਂ ਕਿ ਭਾਰਤ ਦੀ ਫੌਜ ਕਿਸੇ ਵੇਲੇ ਵੀ ਕੋਈ ਐਸਾ ਹਮਲਾ ਕਰ ਸਕਦੀ ਹੈ, ਔਰ ਉਹ ਹਮਲੇ ਦੀ ਜੋ ਰੂਪ ਰੇਖਾ ਇਸ ਪ੍ਰਕਾਰ ਦੀ ਸੀਗੀ ਕਿ ਇਹ ਬਾਹਰੋਂ ਹੀ ਅਟੈਕ ਕਰਨਗੇ, ਅੰਦਰ ਆਉਣ ਦੀ ਕੋਈ ਸੰਭਾਵਨਾ ਨਹੀਂ ਸੀਗੀ, ਅੰਦਰ ਆਉਣ ਦੀ ਸੰਭਾਵਨਾ ਨਹੀਂ ਸੀਗੀ। ਔਰ 1 ਤਰੀਕ ਨੂੰ ਵੀ ਇਹਨਾਂ ਨੇ ਬਾਹਰੋਂ ਹੀ ਫਾਇਰਿੰਗ ਕੀਤੀ ਹੈ, ਤੇ ਉਮੀਦ ਤਾਂ ਇਹੋ ਹੀ ਲਗਾਈ ਜਾਂਦੀ ਸੀਗੀ ਕਿ ਇਹ ਬਾਹਰੋਂ ਹੀ ਇਹ ਹਮਲਾ ਕਰਨਗੇ, ਔਰ ਬਾਹਰੋਂ ਜਿਹੜੀ ਫਾਇਰਿੰਗ ਹੈ ਉਹ ਅਕਾਲ ਤਖਤ 'ਤੇ ਹੋ ਸਕਦੀ ਹੈ, ਹੋਰ ਬਿਲਡਿੰਗਾਂ 'ਤੇ ਹੋ ਸਕਦੀ ਹੈ। ਸੋ ਲੇਕਿਨ ਇਹ ਉਮੀਦ ਨਹੀਂ ਸੀਗੀ ਕਿ ਵੀ ਸਰਕਾਰ ਜਿਹੜੀ ਹੈ, ਫੌਜ ਜਿਹੜੀ ਹੈ, ਉਹ ਇਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਇਸ ਤਰੀਕੇ ਨਾਲ ਪ੍ਰਵੇਸ਼ ਕਰੇਗੀ, ਐਂਟਰੀ ਕਰੇਗੀ, ਔਰ ਇੰਨਾ ਕੁਝ ਸੰਗਤਾਂ ਨੂੰ ਜਿਹੜਾ ਨੁਕਸਾਨ ਕਰੇਗੀ, ਕਿਉਂਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਸੀਗੀਆਂ ਔਰਤਾਂ, ਬੱਚੇ, ਬਜ਼ੁਰਗ ਉਹ ਮਾਰੇ ਗਏ ਇਹ ਸਾਰੇ ਦੇ ਵਿੱਚ। ਔਰ ਇਹ ਸਾਰੀ ਘਟਨਾਕ੍ਰਮ ਦੇ ਵਿੱਚ ਮੈਂ ਸਮਝਦਾ ਕਿ ਭਾਰਤ ਦੀਆਂ ਖੁਫੀਆ ਏਜੰਸੀਆਂ ਔਰ ਅਡਵਾਨੀ ਦਾ ਸ਼ਹਿ ਦੇਣੀ ਅਤੇ ਅਕਾਲੀ ਦਲ ਦੀਆਂ ਜਿਹੜੀਆਂ ਚਿੱਠੀਆਂ ਗਈਆਂ ਨੇ, ਅਕਾਲੀ ਦਲ ਨੇ ਜਿਹੜਾ ਇਸ ਨੂੰ ਸਮਰਥਨ ਦਿੱਤਾ ਹੈ ਪਰਦੇ ਪਿੱਛੇ ਰਹਿ ਕਰਕੇ ਕਿ ਭਈ ਹੁਣ ਸੰਤ ਜਰਨੈਲ ਸਿੰਘ ਸਿੱਖ ਪੋਲੀਟਿਕਸ ਉੱਤੇ ਛਾ ਗਿਆ। ਲੇਕਿਨ ਤੁਸੀਂ ਕਹਿ ਰਹੇ ਹੋ ਕਿ ਸੰਤ ਜੀ ਜਿਹੜੇ ਨੇ ਉਹ ਪੋਲੀਟਿਕਸ 'ਤੇ ਛਾ ਗਏ ਨੇ, ਲੇਕਿਨ ਕਈ ਤਸਵੀਰਾਂ ਇਸ ਤਰ੍ਹਾਂ ਦੀਆਂ ਵੀ ਸਾਹਮਣੇ ਆਉਂਦੀਆਂ ਨੇ ਜਿਸ 'ਚ ਜੋ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਉਹਨਾਂ ਨੂੰ ਪਗੜੀ ਦੀ ਰਸਮ ਜਿਹੜੀ ਆ ਉਹ ਅਦਾ ਕਰਦੇ ਹੋਏ ਨਜ਼ਰ ਆਉਂਦੇ ਨੇ, ਉਹ ਵੀ ਤਸਵੀਰਾਂ ਕਈ ਜਗ੍ਹਾ 'ਤੇ ਸਾਹਮਣੇ ਆਉਂਦੀਆਂ ਨੇ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀ ਤਸਵੀਰਾਂ ਨੇ ਜਿਹੜੀਆਂ ਅਕਾਲੀ ਦਲ ਦੇ ਨਾਲ ਜੁੜੇ ਹੋਏ। ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਕਿ ਜੇ ਅਕਾਲੀ ਦਲ ਜਿਹੜਾ ਆ ਉਹ ਇਸ ਤਰ੍ਹਾਂ ਦਾ ਕੰਮ ਕਰ ਸਕਦਾ ਹੈ? ਮੇਰੀ ਮਿੱਥ ਹੈ ਕਿ ਸ਼ਾਇਦ ਹੋ ਸਕਦਾ ਹੈ ਕਿ ਜਾਣਬੁੱਝ ਕੇ ਨਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਸਿਆਸਤਦਾਨ ਜਿਸ ਵੇਲੇ ਇੱਕ ਚੜ੍ਹਦੇ ਹੋਏ ਸੂਰਜ ਭਾਵ ਕਹਿਣ ਦਾ ਕਿ ਸੰਤ ਜਰਨੈਲ ਸਿੰਘ ਖਾਲਸਾ ਉਹਨਾਂ ਨੂੰ ਜਾਂ ਕਿਸੇ ਨੂੰ ਕੋਈ ਪਗੜੀ ਦੀ ਜਾਂ ਦਸਤਾਰ ਦੀ ਰਸਮ ਕਰਦੇ ਨੇ ਨਾ, ਇੱਕ ਸਿਆਸਤ ਤੋਂ ਪ੍ਰੇਰਿਤ ਗੱਲਾਂ ਨੇ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਦੇ ਆਖੇ ਵਿੱਚ ਆ ਗਏ, ਇਹ ਤਾਂ ਸਿਰਫ ਇੱਕ ਉਹਨਾਂ ਨੂੰ ਪਤਾ ਹੁੰਦਾ ਕਿ ਹਾਂ ਬਈ ਇਹਨਾਂ ਦੀ ਪਿੱਛੇ ਇੱਕ ਫੋਲੋਇੰਗ ਹੈਗੀ ਹੈ, ਔਰ ਉਹਦੇ ਕਰਕੇ ਇਹ ਸਾਰਾ ਕੁਝ ਹੁੰਦਾ ਹੈ। ਲੇਕਿਨ ਇੱਕ ਗੱਲ ਯਕੀਨਨ ਤੌਰ 'ਤੇ ਮੰਨੋ ਕਿ ਬਾਦਲਾਂ ਦੀ ਅਪਰੋਚ ਸੰਤ ਜਰਨੈਲ ਸਿੰਘ ਦੇ ਪ੍ਰਤੀ ਕਦੀ ਵੀ ਸੁਹਿਰਦ ਨਹੀਂ ਸੀਗੀ। ਉਹ ਤੁਹਾਨੂੰ ਲੱਗਾ ਕਦੀ ਮਿਲੇ ਹੋ ਪ੍ਰਕਾਸ਼ ਸਿੰਘ ਬਾਦਲ ਹੋਣਾ ਨਾਲ ਜਾਂ ਕੋਈ ਗੱਲਬਾਤ ਹੁੰਦੀ ਹੋਵੇ? ਸੰਤ ਜਰਨੈਲ ਸਿੰਘ ਖਾਲਸਾ ਨੇ ਕਦੀ ਵੀ ਬਾਦਲ ਨੂੰ ਇੱਕ ਚੰਗੇ ਇਨਸਾਨ ਦੇ ਰੂਪ ਵਿੱਚ ਨਹੀਂ ਵੇਖਿਆ। ਤੁਹਾਡੇ ਨਾਲ ਕਦੀ ਗੱਲ ਹੋਈ ਸਮਾਪਤ? ਮੈਂ ਕਹਿੰਦਾ ਜੀ ਭਾਈ ਅਮਰੀਕ ਸਿੰਘ ਦੇ ਨਾਲ ਮੇਰਾ ਉੱਠਣਾ ਬਹਿਣਾ ਬਹੁਤ ਸੀਗਾ। ਭਾਈ ਅਮਰੀਕ ਸਿੰਘ ਖਾਲਸਾ ਕਾਲਜ ਦੇ ਸਟੂਡੈਂਟ ਸੀਗੇ। ਸੰਤ ਜਰਨੈਲ ਸਿੰਘ ਖਾਲਸਾ ਨੂੰ ਮੈਂ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਮਿਲਿਆ, ਹੋਰ ਸਾਰੀ ਮਿਲਣੀਆਂ ਦਾ ਮੈਂ ਇੱਕ ਨਿਚੋੜ ਕੱਢਦਾ ਕਿ ਉਹ ਵਿਅਕਤੀ ਅੰਦਰੋਂ ਤੇ ਬਾਹਰੋਂ ਇੱਕੋ ਹੀ ਸੀਗਾ। ਉਹਦੀ ਕਥਨੀ ਤੇ ਉਹਦੀ ਕਰਨੀ ਦੇ ਵਿੱਚ
ਸੰਤ ਜਰਨੈਲ ਸਿੰਘ ਦੀ ਕੋਈ ਫਰਕ ਮੈਨੂੰ ਅੱਜ ਦੀ ਡੇਟ ਵਿੱਚ ਨਜ਼ਰ ਨਹੀਂ ਆਇਆ। ਜਦ ਕਿ ਅੱਜ ਦੇ ਜਿਹੜੇ ਧਾਰਮਿਕ ਆਗੂ ਨੇ 84 ਦੇ ਬਾਅਦ ਜੇਕਰ ਮੈਂ ਦਮਦਮੀ ਟਕਸਾਲ ਦਾ ਵਿਸ਼ਲੇਸ਼ਣ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ ਉਹਦੇ ਬਾਅਦ ਦਮਦਮੀ ਟਕਸਾਲ ਦਾ ਉਹ ਰੁਤਬਾ ਨਹੀਂ ਰਿਹਾ, ਉਹ ਰੋਬ ਨਹੀਂ ਰਿਹਾ, ਉਹ ਡਰ ਨਹੀਂ ਰਿਹਾ ਸਰਕਾਰ ਦੇ ਉੱਤੇ ਜੋ ਸੰਤ ਜਰਨੈਲ ਸਿੰਘ ਦੇ ਵੇਲੇ ਹੁੰਦਾ ਸੀਗਾ। 39 ਸਾਲਾਂ ਦੇ ਵਿੱਚ ਜਿਹੜਾ ਦਮਦਮੀ ਟਕਸਾਲ ਦਾ ਗ੍ਰਾਫ ਉੱਪਰ ਨਹੀਂ ਗਿਆ ਬਲਕਿ ਥੱਲੇ ਆਇਆ ਹੈ। ਉਹਦੇ ਵਿੱਚ ਕਾਰਨ ਕੀ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇੱਕ ਵੱਖਰੀ ਤੇ ਇੱਕ ਵਿਲੱਖਣ ਸ਼ਖਸੀਅਤ ਸੀਗੀ ਜੋ ਕਿ ਕਥਨੀ ਤੇ ਕਰਨੀ ਦੇ ਸੂਰਮੇ ਸੀਗੇ। ਔਰ ਇਹੋ ਕਾਰਨ ਹੈ ਕਿ 84 ਦੇ ਬਾਅਦ ਦਮਦਮੀ ਟਕਸਾਲ ਮਹਿਤਾ ਚੌਂਕ ਜਿਹੜੀ ਸੀਗੀ ਉਹ ਇੱਕ ਤਾਂ ਕੁਝ ਹਿੱਸਿਆਂ 'ਚ ਵੰਡੀ ਗਈ, ਕੋਈ ਖਿੰਡਰੀ ਵੀ, ਤੇ ਜਿੱਥੇ ਜਿੱਥੇ ਵੀ ਇਹਨਾਂ ਨੂੰ ਅਗਵਾਈ ਕਰਨ ਦੀ ਜਿੱਥੇ ਲੋੜ ਪਈ ਉੱਥੇ ਕੌਮ ਦੀਆਂ ਉਮੀਦਾਂ ਦੇ ਮੁਤਾਬਕ ਉਹਦੇ ਬਾਅਦ ਜੋ ਲੀਡਰਸ਼ਿਪ ਆਈ ਉਹ ਕੌਮ ਦੀਆਂ ਉਮੀਦਾਂ ਮੁਤਾਬਕ ਨਹੀਂ ਉਤਰ ਸਕੀ। ਉਹਦੇ ਵਿੱਚ ਐਸਾ ਰਾਜਨੀਤਿਕਕਰਨ ਭਾਰੂ ਹੋ ਗਿਆ, ਹੋਰ ਬਹੁਤ ਸਾਰੇ ਕਾਰਨ ਬਣ ਗਏ ਜਿਹਦੇ ਕਰਕੇ ਮੈਂ ਸਮਝਦਾ ਹਾਂ ਕਿ ਸੰਤ ਜਰਨੈਲ ਸਿੰਘ ਵਰਗਾ ਸ਼ਖਸੀਅਤ ਸ਼ਾਇਦ ਹੁਣ ਕਾਫੀ ਸਮੇਂ ਬਾਅਦ ਸਾਨੂੰ ਉਡੀਕਣਾ ਪਏਗਾ ਦਮਦਮੀ ਟਕਸਾਲ ਨੂੰ ਐਸਾ ਕੋਈ ਆਗੂ ਮਿਲੇ। ਇਸ ਕਰਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਹੜੇ ਸੀਗੇ ਉਹ ਇੱਕ ਵੱਖਰੀ ਹੀ ਜਿਹੜੀ ਪਰਸਨੈਲਿਟੀ ਸੀਗੀ। ਔਰ ਮੈਂ ਉਹਨਾਂ ਨੂੰ ਜਿੰਨਾ ਵੀ ਨੇੜਿਓਂ ਦੇਖਿਆ ਮੈਂ ਤਾਂ ਇਹ ਸਮਝਦਾ ਹਾਂ ਕਿ ਬਾਬਾ ਮਾਨੋਚਾਲ ਹੋ ਗਿਆ, ਜਥੇਦਾਰ ਸੁਖਦੇਵ ਸਿੰਘ ਬੱਬਰ ਹੋ ਗਏ, ਇਹ ਕੁਝ ਪਰਸਨੈਲਿਟੀਜ਼ ਐਸੀਆਂ ਸੀਗੀਆਂ ਜਿਹੜੀਆਂ ਕਿ ਨਾ ਕੌਮ ਦੇ ਹਿੱਤਾਂ ਦੇ ਵਾਸਤੇ ਜਿਹਨਾਂ ਦੇ ਰੋਮ ਦੇ ਵਿੱਚ ਕੌਮ ਦਾ ਹਿੱਤ ਜਿਹੜਾ ਸੀਗਾ ਸਮਾਇਆ ਹੋਇਆ ਸੀਗਾ। ਪ੍ਰੋਫੈਸਰ ਸਾਹਿਬ 1 ਤਰੀਕ ਤੋਂ ਲੈ ਕੇ 3 ਤਰੀਕ ਤੱਕ ਤੁਸੀਂ ਦੱਸਿਆ, ਉਸ ਤੋਂ ਬਾਅਦ ਤੁਸੀਂ ਗਏ ਸੀਗੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਕਿਉਂਕਿ 3 ਤਰੀਕ ਤੋਂ 3 ਤਰੀਕ 4 ਤਰੀਕ 5 ਤਰੀਕ ਤੋਂ 6 ਤਰੀਕ ਨੂੰ ਕਹਿੰਦੇ ਬਹੁਤ ਜ਼ਬਰਦਸਤ ਜਿਹੜੀ ਸੀਗੀ ਫਾਇਰਿੰਗ ਹੁੰਦੀ ਰਹੀ ਲਗਾਤਾਰ ਹੀ, ਔਰ ਜਵਾਬੀ ਫਾਇਰ ਜਿਹੜੇ ਸੀਗੇ ਉਹ ਨਾਲ ਮਿਲਦੇ ਹੋਏ ਨਜ਼ਰ ਆਏ ਸੀਗੇ। ਤੁਸੀਂ ਗਏ ਸੀਗੇ ਉਸ ਸਮੇਂ ਕਿ ਜਾਂ ਕਿ ਤੁਹਾਨੂੰ ਜਾਣ ਹੀ ਨਹੀਂ ਉੱਥੇ ਦਿੱਤਾ ਗਿਆ, ਕਿਉਂਕਿ ਸੰਤਾਂ ਦੇ ਨਾਲ ਤੁਸੀਂ ਦੱਸਿਆ ਬਹੁਤ ਸਾਡੀ ਨੇੜਤਾ ਵੀ ਸੀਗੀ। 3 ਤਰੀਕ ਨੂੰ ਅਸੀਂ ਗਏ ਸੀਗੇ ਔਰ ਉੱਥੇ ਕੁਝ ਸਮਾਂ ਰਹਿਣ ਦੇ ਬਾਅਦ ਅਸੀਂ ਵਾਪਸ ਆ ਗਏ ਸੀਗੇ। ਅਤੇ ਮੈਂ ਕਈ ਵਾਰ ਸੋਚਦਾ ਕਿ ਪਰਮਾਤਮਾ ਦਾ ਹੁਕਮ ਜਿਹੜਾ ਨਾ ਬੜਾ ਅਟਲ ਹੁੰਦਾ ਹੈ। ਕੌਣ ਇੱਕ ਡਿਵਾਊਟ ਸਿੱਖ ਜਿਹੜਾ ਨਾ ਉਹ ਚਾਹੁੰਦਾ ਕਿ ਬਈ ਮੈਂ ਵੀ ਕਿਸੇ ਕੌਮ ਦੇ ਲੇਖੇ ਲੱਗ ਜਾਵਾਂ, ਕਿਸੇ ਕੌਮ ਦੇ ਕੰਮ ਆ ਜਾਵਾਂ। ਔਰ ਪਤਾ ਨਹੀਂ ਸੀਗਾ ਕਿ ਬਈ ਇਸ ਤਰੀਕੇ ਦਾ ਭਾਣਾ ਵਰਤਣਾ ਹੈ। ਅਸੀਂ ਤਕਰੀਬਨ ਉੱਥੇ ਕੁਝ ਚਿਰ ਰਹਿਣ ਦੇ ਬਾਅਦ ਅਸੀਂ ਫਿਰ ਵਾਪਸ ਆ ਗਏ ਸੀਗੇ। ਸ਼ਾਮ ਨੂੰ ਕਰਫਿਊ ਲੱਗ ਗਿਆ ਸੀਗਾ ਔਰ ਉਹਦੇ ਬਾਅਦ ਤੁਹਾਨੂੰ ਪਤਾ ਹੈ ਕਿ ਸਵੇਰੇ 4 ਵਜੇ ਤੋਂ ਬੰਬਾਰਮੈਂਟ ਜਿਹੜੀ ਸੀਗੀ ਉਹ ਸ਼ੁਰੂ ਹੋ ਗਈ ਸੀਗੀ ਸਵੇਰੇ 4 ਵਜੇ ਤੋਂ 4 ਤਰੀਕ ਤੋਂ। ਉਹਦੇ ਬਾਅਦ ਨਿਰੰਤਰ ਜਿਹੜਾ ਸੀਗਾ ਇਹ ਤੋਪਾਂ ਦੇ ਗੋਲੇ ਚੱਲਦੇ ਰਹੇ, ਬੰਦੂਕਾਂ ਚੱਲਦੀਆਂ ਰਹੀਆਂ, ਗੋਲੀਆਂ ਚੱਲਦੀਆਂ ਰਹੀਆਂ। ਔਰ ਤੁਹਾਨੂੰ ਪਤਾ ਕਿ 5-6 ਤਰੀਕ ਨੂੰ ਟੈਂਕ ਵੀ ਅੰਦਰ ਆ ਗਏ ਸੀਗੇ, ਜ਼ਹਿਰੀਲੀ ਗੈਸਾਂ ਵੀ ਵਰਤੀਆਂ ਗਈਆਂ ਔਰ ਨੇਵਲ ਦੇ ਗੋਤਾਖੋਰ ਵੀ ਆਏ। ਠੀਕ ਹੈ, ਸਾਰਾ ਕੁਝ ਹੋਇਆ। ਔਰ 6 ਤਰੀਕ ਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ, ਮੈਂ ਕਿਹਾ ਕਥਨੀ ਤੇ ਕਰਨੀ ਤੇ ਸੂਰਮੇ ਸੀਗੇ, ਉਹ ਉੱਥੋਂ ਐਸਕੇਪ ਹੋ ਸਕਦੇ ਸੀਗੇ, ਕੋਈ ਹੋਰ ਤਰੀਕਾ ਲੱਭ ਲੈ ਸਕਦੇ ਸੀਗੇ। ਲੇਕਿਨ ਸੰਤ ਜਰਨੈਲ ਸਿੰਘ ਖਾਲਸਾ ਆਪਣੀ ਕਥਨੀ ਤੇ ਕਰਨੀ ਤੇ ਸੂਰਮੇ ਰਹਿੰਦੇ ਹੋਏ, ਜਨਰਲ ਸ਼ਬੇਕ ਸਿੰਘ ਉਹਨਾਂ ਦੇ ਮੰਦਰ ਵੀ ਇੱਕ ਨਾ ਸੀਗਾ ਕਿ ਮੋਹ ਮਰਨੇ ਕਾ ਚਾਉ ਹੈ ਮਰੋਂ ਤੋਂ ਹਰ ਕੇ ਦਵਾਰ। ਇੱਕ ਫੌਜ ਦਾ ਬੰਦਾ ਜਿਹੜਾ ਕਿ ਜਿਹਨੇ ਬੰਗਲਾਦੇਸ਼ ਬਣਾ ਕੇ ਦਿੱਤਾ ਹੋਇਆ ਭਾਰਤ ਨੂੰ, ਠੀਕ ਹੈ, ਉਹ ਤੁਹਾਡੇ ਨਾਲ ਰਲ ਕੇ ਉਹ ਬੰਦਾ ਇੱਕ ਦੇਸ਼ ਬਣਾ ਕੇ ਦੇ ਰਿਹਾ ਤੁਹਾਨੂੰ। ਹੋਰ ਕਿਉਂ ਆਇਆ ਇਸ ਪਾਸੇ? ਇਸ ਪਾਸੇ ਭਾਰਤ ਸਰਕਾਰ ਨੇ ਆਪਣੀ ਗਲਤੀਆਂ ਦਾ ਵਿਸ਼ਲੇਸ਼ਣ ਨਹੀਂ ਕੀਤਾ। ਉਹ ਕਿਉਂ ਆਇਆ? ਸੰਤ ਜਰਨੈਲ ਸਿੰਘ ਦੇ ਲਗਭਗ ਨਜ਼ਦੀਕ ਕਿਉਂ ਆਇਆ? ਕਿਉਂ ਉਹਨੂੰ ਜੰਗ ਲੜਨੀ ਪਈ? ਇਹ ਸਭ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿੱਥੇ ਕਿ ਭਾਰਤ ਨੇ ਸਿੱਖਾਂ ਨਾਲ ਧਰੋਹ ਕਮਾਇਆ ਹੈ, ਵਿਸ਼ਵਾਸਘਾਤ ਕੀਤਾ ਹੈ, ਜਿਹਦੇ ਕਰਕੇ ਇਹ ਸਾਰਾ ਕਾਰਾ ਵਰਤਿਆ। ਪ੍ਰੋਫੈਸਰ ਸਾਹਿਬ ਜਦੋਂ ਕਿਸੇ ਸਮੇਂ ਬੈਠਦੇ ਹੋਗੇ ਪਰਿਵਾਰ ਦੇ ਨਾਲ, ਸ਼ਿਵ ਜੂਨ ਦੀਆਂ ਗੱਲਾਂ ਸ਼ੁਰੂ ਹੁੰਦੀਆਂ ਹੋਣਗੀਆਂ, ਕਦੀ ਆਹ ਦਿਮਾਗ 'ਚ ਆਇਆ ਕਿ ਆਹ ਚੀਜ਼ ਨਹੀਂ ਸੀ ਹੋਣੀ ਚਾਹੀਦੀ, ਔਰ ਅੱਖਾਂ ਨਮ ਹੋ ਜਾਂਦੀਆਂ ਹੋਣ ਕਿ ਨਹੀਂ ਯਾਰ ਆਹ ਚੀਜ਼ ਅਗਰ ਮੈਂ ਉੱਥੇ ਹੁੰਦਾ ਤਾਂ ਸ਼ਾਇਦ ਇਹ ਚੀਜ਼ ਨਾ ਹੁੰਦੀ। ਠੀਕ ਹੈ, ਸਰਕਾਰ ਨੇ ਜੋ ਸੋਚਿਆ ਸੀਗਾ ਉਹ ਤਾਂ ਸੋਚਿਆ ਸੀਗਾ, ਲੇਕਿਨ ਕੁਛ ਨਾ ਕੁਛ ਚੇਂਜ ਹੋ ਸਕਦਾ ਸੀ, ਪਲੈਨਿੰਗ ਚੇਂਜ ਹੋ ਸਕਦੀ ਸੀ। ਤੁਸੀਂ ਵੀ ਨੌਜਵਾਨ ਸੀਗੇ, ਤੁਸੀਂ ਵੀ ਜਾ ਸਕਦੇ, ਤੁਸੀਂ ਵੀ ਸਾਲਟ ਫੜ ਸਕਦੇ ਸੀਗੇ। ਤੁਹਾਨੂੰ ਲੱਗਾ ਕਿ ਯਾਰ ਮੈਂ ਆਪਣੇ ਪਰਿਵਾਰ ਦੇ ਨਾਲ ਰਹਿ ਕੇ ਮੈਨੂੰ ਆਹ ਚੀਜ਼ ਜਿਹੜੀ ਸੀਗੀ ਉਹ ਨਹੀਂ ਹੋਣੀ ਚਾਹੀਦੀ ਸੀ, ਜਾਂ ਇਸ ਤਰ੍ਹਾਂ ਦਾ ਇਨਸੀਡੈਂਟ ਤੁਹਾਡੀਆਂ ਅੱਖਾਂ ਨਮ ਹੋ ਗਈਆਂ ਉੱਥੇ ਜਾ ਕੇ ਦੇਖ ਕੇ ਤੁਸੀਂ ਕਹਿੰਦਾ ਕਿ ਨਹੀਂ ਯਾਰ ਇਹ ਚੀਜ਼ ਨਹੀਂ ਸੀ ਹੋਣੀ ਚਾਹੀਦੀ? ਤੁਸੀਂ ਅੱਖਾਂ ਨਮ ਹੋਣ ਦੀ ਗੱਲ ਕੀਤੀ ਹੈ। ਮੈਂ ਆਪਣੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ, ਜਿਸ ਤਰੀਕੇ
ਸਾਨੂੰ ਖਬਰ ਜਿਸਲੇ ਇਹ BBC ਤੋਂ ਆਈ ਕਿ ਵੀ ਸੰਤ ਜਰਨੈਲ ਸਿੰਘ ਹੋਰੀ ਇਸ ਸੰਸਾਰ ਵਿੱਚ ਨਹੀਂ ਰਹੇ, ਯਕੀਨ ਮੰਨਣਾ ਕਿ ਮੈਂ ਉਸ ਵੇਲੇ ਆਪਣੇ ਸਹੁਰੇ ਘਰ ਸੀਗਾ ਅੰਮ੍ਰਿਤਸਰ ਦੇ ਵਿੱਚ ਹੀ। ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀਗਾ। ਮੈਂ ਉੱਥੇ ਜਾ ਕੇ ਤੁਸੀਂ ਅੱਖਾਂ ਨਮ ਦੀ ਗੱਲ ਕਰ ਰਹੇ ਹੋ, ਮੈਂ ਉੱਥੇ ਬਹੁਤ ਰੋਇਆ ਕਿ ਸਾਡੇ ਹਰਿਮੰਦਰ ਸਾਹਿਬ ਨਾਲ ਇਹ ਹੋਇਆ, ਸਾਡੇ ਅਕਾਲ ਤਖਤ ਸਾਹਿਬ ਨਾਲ ਇਹ ਹੋਇਆ, ਸੰਤ ਜਰਨੈਲ ਸਿੰਘ ਨਾਲ ਤਾਂ ਹੋ ਗਿਆ, ਬਾਕੀ ਸਿੰਘਾਂ ਨਾਲ ਤਾਂ ਹੋ ਗਿਆ। ਇਹ ਸੁਭਾਵਿਕ ਹੈ। ਸਿੱਖ ਦਾ ਰਿਸ਼ਤਾ ਜਿਹੜਾ ਨਾ ਚੇਤੇ ਰੱਖਣਾ, ਉਹ ਆਪਣੇ ਗੁਰੂ ਘਰ ਦੇ ਨਾਲ ਅਟੁੱਟ ਹੈ। ਸਿੱਖ ਦਾ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਅਟੁੱਟ ਹੈ। ਸਿੱਖ ਦਾ ਰਿਸ਼ਤਾ ਗੁਰਸਿੱਖਾਂ ਦੇ ਨਾਲ ਅਟੁੱਟ ਹੈ। ਔਰ ਉਹਦੇ ਵਿੱਚ ਚੇਤੇ ਰੱਖਣਾ, ਹੋਰ ਕੋਈ ਵਿਚਕਾਰ ਨਹੀਂ ਆਉਂਦਾ। ਉਸ ਰਿਸ਼ਤੇ ਵਿੱਚ ਹੋਰ ਕੋਈ ਵਿਚਕਾਰ ਨਹੀਂ ਆਉਂਦਾ। ਕਈ ਵਾਰ ਤਾਂ ਐਸਾ ਵੀ ਹੋ ਜਾਂਦਾ, ਇਤਿਹਾਸ ਵਿੱਚ ਇਹ ਗੱਲਾਂ ਹੈਗੀਆਂ ਨੇ, ਜਿਸ ਵੇਲੇ ਇੱਕ ਬੱਚੇ ਨੇ ਕਹਿ ਦਿੱਤਾ ਕਿ ਮੇਰੀ ਮਾਂ ਝੂਠ ਬੋਲਦੀ ਹੈ, ਇਹ ਮੈਨੂੰ ਬਚਾਉਣ ਲਈ ਆਈ ਹੈ ਮੁਗਲਾਂ ਤੋਂ, ਹੈ, ਤੇ ਮੇਰੀ ਮਾਂ ਕਹਿ ਰਹੀ ਹੈ ਕਿ ਮੈਂ ਸਿੱਖ ਨਹੀਂ ਹੈਗਾ ਤੇ ਮੈਨੂੰ ਛੱਡਤਾ ਜਾਏ, ਲੇਕਿਨ ਕਹਿੰਦਾ ਮੇਰੀ ਮਾਂ ਝੂਠ ਬੋਲ ਰਹੀ ਹੈ। ਉਹਨੇ ਆਪਣੀ ਮਾਂ ਦੇ ਰਿਸ਼ਤੇ ਨੂੰ ਠੁਕਰਾਤਾ ਉਹ ਬੱਚੇ ਨੇ, ਤੇ ਕਹਿਤਾ ਮੈਨੂੰ ਸ਼ਹੀਦ ਕਰੋ। ਸੋ ਸਿੱਖ ਦਾ ਜਿਹੜਾ ਗੁਰੂ ਨਾਲ ਰਿਸ਼ਤਾ ਹੈ ਨਾ, ਉਸ ਰਿਸ਼ਤੇ ਦੇ ਵਿੱਚ ਚੇਤੇ ਰੱਖਣਾ ਕੋਈ ਹੋਰ ਵਿਚਕਾਰ ਨਹੀਂ ਆਉਂਦਾ। ਸੋ ਅੱਖਾਂ ਨਮ ਵੀ ਹੋਈਆਂ। ਹੋਰ ਮੈਂ ਇਹ ਗੱਲ ਅੱਜ ਤੱਕ ਕਿਸੇ ਨੂੰ ਨਹੀਂ ਦਿੱਤੀ, ਅਨੇਕਾਂ ਵਾਰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮੇਰੇ ਸੁਪਨਿਆਂ ਵਿੱਚ ਆਏ, ਸੁਪਨਿਆਂ ਵਿੱਚ ਆਏ। ਹੋਰ ਇੱਥੇ ਤੱਕ ਉਹਨਾਂ ਨੇ ਕਿਹਾ ਕਿ ਵੀ ਚੜ੍ਹਦੀ ਕਲਾ 'ਚ ਰਹਿਣਾ ਹੈ। ਭਾਵ ਕਹਿਣ ਦਾ ਇੱਕ ਮੈਂ ਕੁਝ ਆਪਣੀ ਫੀਲਿੰਗਸ ਅੱਜ ਸ਼ੇਅਰ ਕਰ ਰਿਹਾ 39 ਸਾਲਾਂ ਬਾਅਦ, ਕਿ ਭਈ ਉਹ ਸੁਪਨਿਆਂ ਵਿੱਚ ਵੀ ਆਏ। ਹੋਰ ਇਹ ਮੈਂ, ਕਿਉਂਕਿ ਮੈਂ ਸਿਆਸਤਦਾਨ ਨਹੀਂ ਹੈਗਾ, ਮੈਂ ਸਟੇਜਾਂ ਜਾ ਕਰਕੇ ਇਹ ਗੱਲਾਂ ਕਹਿ ਕੇ ਕੋਈ ਆਪਣਾ ਮੈਂ ਪੋਲੀਟੀਕਲ ਕੈਰੀਅਰ ਨਹੀਂ ਬਣਾਉਣਾ। ਮੈਂ 39 ਸਾਲ ਅਗਰ ਮੈਂ ਗੱਲ ਨਹੀਂ ਕੀਤੀ ਤੇ ਮੈਂ ਪੋਲੀਟੀਕਲ ਕੈਰੀਅਰ ਬਣਾਉਣ ਵਾਸਤੇ ਗੱਲਾਂ ਨਹੀਂ ਕਰ ਰਿਹਾ। ਮੈਂ ਤਾਂ ਸਿਰਫ ਤੁਸੀਂ ਨਮ ਦੀ ਗੱਲ ਕੀਤੀ, ਮੈਨੂੰ ਬਹੁਤ ਕੁਝ ਚੇਤੇ ਆ ਗਿਆ। ਤੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ, ਇਹ ਇੱਕ ਦਿਲਾਂ ਦੀ ਸਾਂਝ ਹੁੰਦੀ ਹੈ। ਜ਼ਰੂਰੀ ਨਹੀਂ ਕਿ ਮੈਂ ਦਮਦਮੀ ਟਕਸਾਲ ਦਾ ਹੋਵਾਂ। ਮੈਂ ਤਾਂ ਬੱਬਰ ਖਾਲਸਾ ਦੇ ਨਾਲ, ਸੁਖਦੇਵ ਸਿੰਘ ਨਾਲ ਮੈਂ ਕੰਪਨੀ ਕੀਤੀ ਬਹੁਤ, ਲੇਕਿਨ ਸੰਤਾਂ ਨੂੰ ਵੀ ਪਤਾ ਸੀਗਾ ਕਿ ਇਹ ਸ਼ਖਸ ਜਿਹੜਾ ਹੈ ਇਹ ਬੇਸਿਕਲੀ ਪੰਥਕ ਹੈ, ਇਹ ਪੰਥਕ ਹੈ। ਤੇ ਸੰਤਾਂ ਦੇ ਯਾਦ, ਸੰਤਾਂ ਨੂੰ ਸੁਪਨੇ ਵਿੱਚ ਦੇਖਣਾ, ਮੈਂ ਸਮਝਦਾ ਹਾਂ ਕਿ ਇਹ ਮੇਰੇ ਕੁਝ ਭਾਗ ਚੰਗੇ ਸੀਗੇ, ਰਿਸ਼ਤਾ ਚੰਗਾ ਸੀਗਾ, ਜਿਹਦੇ ਕਰਕੇ ਮੈਂ ਸਾਰਾ ਕੁਝ ਵੇਖਿਆ। ਪ੍ਰੋਫੈਸਰ ਸਾਹਿਬ ਬਾਅਦ 'ਚੋਂ 6 ਤਰੀਕ ਤੋਂ ਬਾਅਦ ਗਏ ਸੀਗੇ ਸ਼੍ਰੀ ਅਕਾਲ ਤਖਤ ਸਾਹਿਬ ਦੇਖਣ ਵਾਸਤੇ, ਔਰ ਜਦੋਂ ਉਹ ਵੇਖਿਆ ਮੰਜ਼ਰ, ਤੇ ਕੀ ਦਿਮਾਗ 'ਚ ਚੱਲਿਆ? ਮੈਂ ਤੁਹਾਨੂੰ ਇਹ ਵੀ ਕਲੀਅਰ ਕਰ ਦਿਆਂ, ਅੱਜ ਜਿਹੜੀ ਤੁਸੀਂ ਠੱਠੇ ਅਕਾਲ ਤਖਤ ਦੀ ਫੋਟੋ ਦੇਖਦੇ ਹੋ ਨਾ, ਠੀਕ ਹੈ ਜੀ, ਇਹ ਫੋਟੋ ਕਾਫੀ ਵੱਡੇ ਪੱਧਰ ਤੱਕ ਸਰਕੂਲੇਟ ਕਰਨ ਵਿੱਚ ਸਾਡਾ ਵੀ ਯੋਗਦਾਨ ਹੈ। ਅਸੀਂ ਕਰਫਿਊ ਖੁੱਲ੍ਹਣ ਦੇ ਬਾਅਦ ਉੱਥੇ ਗਏ ਹਾਂ। ਮੇਰੇ ਖਿਆਲ ਮੁਤਾਬਕ ਕੋਈ ਐਸੀ ਔਰਤ, ਕੋਈ ਬੱਚੀ, ਕੋਈ ਬੱਚਾ, ਕੋਈ ਬਜ਼ੁਰਗ, ਕੋਈ ਵੀ ਨਹੀਂ ਹੋਏਗਾ ਜਿਹੜਾ ਉੱਥੇ ਜਾ ਕੇ ਰੋਇਆ ਨਹੀਂ। ਕੋਈ, ਮੈਂ ਤਾਂ ਕਹਿੰਦਾ ਕਿ ਪੱਥਰ ਤੋਂ ਪੱਥਰ ਦਿਲ ਵੀ ਹੋਏਗਾ ਨਾ, ਉਹ ਵੀ ਉੱਥੇ ਜਾ ਕੇ ਰੋਇਆ। ਜੋ ਕਰਫਿਊ ਖੁੱਲ੍ਹਣ ਦੇ ਬਾਅਦ ਜਿਸ ਵੇਲੇ ਸਾਰਾ ਕੁਝ ਹੋਇਆ, ਦੇਖਿਆ ਅਸੀਂ, ਤੇ ਲੋਕ, ਮੈਂ ਦੇਖਿਆ ਭੁੱਬਾਂ ਮਾਰ ਮਾਰ ਕੇ ਰੋ ਰਹੇ ਸੀਗੇ। ਕਹਿੰਦੇ ਇੰਦਰਾ ਗਾਂਧੀ ਜਦੋਂ ਪਹੁੰਚੀ, ਉਹਨਾਂ ਦਾ ਵੀ ਹੋਕਾ ਨਿਕਲਿਆ ਸੀ ਉੱਥੇ। ਇਹ ਕੀ ਹੋ ਗਿਆ? ਦੇਖੋ ਇੱਥੇ ਆ ਕੇ ਸਹੀ ਹੈ। ਦੇਖੋ, ਇੰਦਰਾ ਗਾਂਧੀ ਦਾ ਹੋਕਾ ਨਿਕਲਿਆ ਜਾਂ ਨਹੀਂ ਨਿਕਲਿਆ, ਸਾਡੇ ਵਾਸਤੇ ਉਹ ਮੀਨਿੰਗਲੈਸ ਹੈ। ਸਾਡੇ ਵਾਸਤੇ ਕੋਈ ਉਹਦੀ ਮੀਨਿੰਗ ਨਹੀਂ ਹੈਗਾ, ਠੀਕ ਹੈ। ਸਾਡੇ ਗੁਰੂ ਦਾ ਘਰ ਢਾਹ ਦਿੱਤਾ ਗਿਆ, ਅਗਰ ਉਹਦਾ ਬਾਅਦ ਦੇ ਵਿੱਚ ਹੋਕਾ ਨਿਕਲਿਆ ਵੀ ਤੇ ਪਤਾ ਨਹੀਂ, ਅੱਜ ਤੱਕ ਵੇਖਿਆ ਨਹੀਂ, ਤੇ ਨਾ ਹੀ ਅਸੀਂ ਉਹਦੇ ਹੋਕੇ ਨੂੰ ਵੇਖ ਕੇ ਉਹਨੂੰ ਮਾफ़ ਕਰਨਾ ਹੈ। ਮਰ ਵੀ ਗਈ ਹੈ ਤਾਂ ਵੀ ਅਸੀਂ ਮਾफ़ ਨਹੀਂ ਹੋ ਸਕਦੀ। ਸੋ ਕਹਿਣ ਤੋਂ ਭਾਵ ਜਿਹੜਾ ਹੈ ਕਿ ਹਰ ਸਿੱਖ, ਮੈਂ ਬਹੁਤ ਸਾਰੇ ਲੋਕਾਂ ਨੂੰ ਉੱਥੇ ਦੇਖਿਆ ਕਿ ਰੋ ਰਹੇ ਸੀਗੇ, ਬਜ਼ੁਰਗ ਵੀ ਰੋ ਰਹੇ ਸੀਗੇ, ਕਿਉਂਕਿ ਜੋ ਹਾਲਤ ਬਣਾ ਦਿੱਤੀ ਗਈ ਸੀਗੀ। ਸੋ ਇਹ ਜਿਹੜੀ ਚੀਜ਼ਾਂ ਨੇ ਨਾ, ਇਹ ਮੈਨੂੰ ਲੱਗਦਾ ਹੈ ਕਿ ਮੜੀਆਂ ਤੱਕ ਵੀ ਨਾਲ ਜਾਣਗੀਆਂ ਤੇ ਅਗਲੀ ਜਨਰੇਸ਼ਨ ਵੀ ਇਹਨਾਂ ਨੂੰ ਯਾਦ ਰੱਖੇਗੀ। ਬਿਲਕੁਲ, ਜਿਹੜੀ ਅਗਲੀ ਜਨਰੇਸ਼ਨ ਹੈ ਉਹ ਵੀ ਜ਼ਰੂਰ ਯਾਦ ਰੱਖੇਗੀ। ਲੇਕਿਨ ਜਦੋਂ ਵੀ ਜੂਨ ਦਾ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ, ਸਿੱਖਾਂ ਦੇ ਸੈਂਟੀਮੈਂਟਸ ਜਿਹੜੇ ਨੇ ਉਹ ਹਮੇਸ਼ਾ ਹੀ ਜੁੜੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ, ਸ਼੍ਰੀ ਦਰਬਾਰ ਸਾਹਿਬ ਤੇ, ਕਿਉਂਕਿ ਜਦੋਂ ਵੀ ਜੂਨ ਦਾ ਮਹੀਨਾ ਸ਼ੁਰੂ ਹੁੰਦਾ ਤੇ ਉਸ ਨੂੰ ਲੈ ਕੇ ਅਲੱਗ-ਅਲੱਗ ਪ੍ਰੋਗਰਾਮ ਜਿਹੜੇ ਨੇ ਉਹ ਵੀ ਕੀਤੇ ਜਾਂਦੇ ਨੇ। ਲੇਕਿਨ ਆਈ ਵਿਟਨੈਸ ਜਿਹੜੇ ਨੇ ਉਹ ਜਦੋਂ ਗੱਲਾਂ ਦੱਸਦੇ ਨੇ ਤੇ ਉਹ ਗੱਲਾਂ ਜਿਹੜੀਆਂ ਨੇ ਹਮੇਸ਼ਾ ਹੀ ਦਿਲ ਦੇ ਵਿੱਚ ਜਿਹੜਾ
ਉਹ ਘਰ ਕਰਦੀਆਂ ਹੋਈਆਂ ਵੀ ਨਜ਼ਰ ਆਉਂਦੀਆਂ ਨੇ। ਲੇਕਿਨ ਪ੍ਰੋਫੈਸਰ ਹੋਣਾ ਵੱਲੋਂ ਜਿਸ ਤਰ੍ਹਾਂ ਦੇ ਅੱਜ ਖੁਲਾਸੇ ਕੀਤੇ ਗਏ ਨੇ, ਸ਼ਾਇਦ ਕਿਸੇ ਵੀ ਵਿਅਕਤੀ ਵੱਲੋਂ ਇਸ ਤਰ੍ਹਾਂ ਦੇ ਖੁਲਾਸੇ ਨਾ ਕੀਤੇ ਗਏ ਹੋਣ। ਔਰ ਜਿੰਨੇ ਵੀ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਜੋ ਵੀ ਇੰਸੀਡੈਂਟਸ ਹੋਏ ਨੇ ਉਹਦੇ ਬਾਰੇ ਸਾਰੀ ਜਾਣਕਾਰੀ ਜਿਹੜੀ ਆ ਉਹ ਵਿਸਤਾਰ ਵਿੱਚ ਜਿਹੜੀ ਇਹਨਾਂ ਵੱਲੋਂ ਦਿੱਤੀ ਗਈ ਹੈ। ਅਸੀਂ ਇਸੇ ਤਰ੍ਹਾਂ ਦੇ ਹੀ ਕੋਈ ਹੋਰ ਆਈ ਵਿਟਨੈਸ ਨਾਲ ਤੁਹਾਨੂੰ ਜ਼ਰੂਰ ਰੂਬਰੂ ਕਰਾਵਾਂਗੇ ਤੇ ਨਾਲ ਹੀ ਉਸ 6 ਜੂਨ ਦੇ ਸਾਕੇ ਬਾਰੇ ਜਿੰਨੀ ਵੀ ਇਨਪੁਟ ਹੋ ਸਕੀ ਜਾਂ ਜਿੰਨਾ ਵੀ ਅਸੀਂ ਮਟੀਰੀਅਲ ਇਕੱਠਾ ਕਰਕੇ ਲੋਕਾਂ ਤੱਕ ਪਹੁੰਚਾ ਸਕੇ ਅਸੀਂ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਲੇਕਿਨ ਜੋ ਪ੍ਰੋਫੈਸਰ ਸਾਹਿਬ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਅੱਜ ਵੀ ਉਹ ਦਿਨਾਂ ਨੂੰ ਯਾਦ ਕਰਕੇ ਆਪਣੇ ਅੱਖਾਂ ਦੇ ਨਾਲ ਦਿਲ ਜੈਸਾ ਜਿਹੜੇ ਸਾਡੇ ਨੇ ਉਹ ਵੀ ਰੋਂਦੇ ਨੇ। ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ, ਬਾਬੂ ਸ਼ਾਹੀ, ਅੰਮ੍ਰਿਤਸਰ ਸਾਹਿਬ।